शीस दिया पर सीना उचरी। त्याग ते वैराग दी मूर्ति धन गुरु तेग बहादुर साहब जी महाराज दा अवतार वैसाख वदी पंज संमत 1678 गुरु के महल श्री ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ ਤੇ ਮਾਤਾ ਪੂਜਨੀ ਨਾਨਕੀ ਜੀ। ਆਪ ਜੀ ਦਾ ਆਨੰਦ ਕਾਰਜ ਵਿਆਹ ਲਾਲ ਚੰਦ ਖੱਤਰੀ ਦੀ ਬੇਟੀ ਸ਼੍ਰੀ ਗੁਜਰੀ ਨਾਲ ਹੋਇਆ ਪਰ ਇਹ ਵਿਆਹ ਕਰਤਾਰਪੁਰ ਵਿਖੇ ਹੋਇਆ। ਗੁਰਗੱਦੀ ਆਪ ਜੀ ਨੂੰ ਚੇਤਰ ਸੁਦੀ 14 ਸੰਮਤ 1721 ਵਿੱਚ ਪ੍ਰਾਪਤ ਹੋਈ। ਆਪ ਦੀ ਸੰਤਾਨ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ। ਜਗਤ ਵਿੱਚ ਮਹਾਨ ਕੰਮ ਉਸਾਰੂ ਕੰਮ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਦੇ ਅੰਦਰ ਬੈਰਾਗ ਸੀ, ਕਿਉਂਕਿ ਬੈਰਾਗ ਇੱਕ ਐਸਾ ਮੂਲ ਹੈ, ਇੱਕ ਐਸੀ ਜੜ ਹੈ ਜਿਸ ਤੋਂ ਤਿਆਗ ਦੀ ਭਾਵਨਾਵਾਂ ਦਾ ਜਨਮ ਹੁੰਦਾ ਹੈ। ਬੈਰਾਗ ਨਹੀਂ ਤਾਂ ਤਿਆਗ ਵੀ ਨਹੀਂ। ਅਕਸਰ ਦੇਖਿਆ ਜਾਂਦਾ ਹੈ ਲੋਕੀ ਪਹਿਲੇ ਤਿਆਗ ਕਰ ਦਿੰਦੇ ਨੇ ਘਰ-ਬਾਰ ਦਾ, ਧਨ ਸੰਪਦਾ ਦਾ, ਤੇ ਫਿਰ ਬੈਰਾਗੀ ਹੋਣ ਦਾ ਲਕਬ ਲਗਾਉਂਦੇ ਨੇ। ਤਿਆਗ ਤੋਂ ਬੈਰਾਗ ਨਹੀਂ ਪੈਦਾ ਹੁੰਦਾ, ਬੈਰਾਗ ਤੋਂ ਤਿਆਗ ਪੈਦਾ ਹੁੰਦਾ ਹੈ। ਹੀਰੇ ਦੇ ਮਿਲਦਿਆਂ ਕੰਕਰ ਪੱਥਰ ਹੱਥੋਂ ਗਿਰ ਜਾਂਦੇ ਨੇ, ਸੋਨੇ ਦੇ ਮਿਲਦਿਆਂ ਲੋਹੇ ਦੇ ਟੁਕੜੇ ਹੱਥੋਂ ਗਿਰ ਜਾਂਦੇ ਨੇ। ਪਰਮ ਬੈਰਾਗ ਦੀ ਪ੍ਰਾਪਤੀ ਦੇ ਨਾਲ ਤੁੱਛ ਚੀਜ਼ਾਂ ਜਿਨ੍ਹਾਂ ਦੀ ਕੋਈ ਅਹਿਮੀਅਤ ਨਾ ਹੋਵੇ ਉਹ ਹਿਰਦੇ ਚੋਂ ਆਪਣੇ ਆਪ ਜੋ ਹੈ ਝੜ ਜਾਂਦੀਆਂ ਨੇ। ਤਿਆਗ ਕੀਤਾ ਨਹੀਂ ਜਾਂਦਾ, ਤਿਆਗ ਹੋ ਜਾਂਦਾ ਹੈ। ਜੋ ਤਿਆਗ ਕੀਤਾ ਜਾਂਦਾ ਹੈ ਵਾਸਤਵਿਕ ਤਿਆਗ ਨਹੀਂ ਹੁੰਦਾ। ਉਹ ਤੇ ਕਾਗਜ਼ੀ ਫੁੱਲਾਂ ਦੀ ਤਰ੍ਹਾਂ ਭਾਵੇਂ ਤਿਆਗ ਬੜਾ ਸੁੰਦਰ ਦਿਖਾਈ ਦੇਵੇ ਪਰ ਉਸ ਵਿੱਚ ਵੈਰਾਗ ਦੀ ਮਹਿਕ ਨਹੀਂ ਆਉਂਦੀ, ਉਹਦੇ ਚ ਵੈਰਾਗ ਦੀ ਜਿੰਦ ਜਾਨ ਨਹੀਂ ਆਉਂਦੀ। ਤਿਆਗ ਦੀ ਜਿੰਦ ਜਾਨ ਵੈਰਾਗ ਹੈ। ਇੱਕ ਮਹਾਬਲੀ ਸੂਰਬੀਰ ਮੀਰੀ ਪੀਰੇ ਦੇ ਘਰ ਐਸੇ ਬਾਲਕ ਦਾ ਜਨਮ ਹੋਇਆ ਹੈ, ਬੈਰਾਗ ਜਿਸ ਦੇ ਰੋਮ ਰੋਮ ਵਿੱਚ ਸੀ, ਤਿਆਗ ਜਿਸ ਦੇ ਆਚਰਣ ਵਿੱਚ ਸੀ। ਇਹ ਗੱਲ ਵੱਖਰੀ ਹੈ ਕਿ ਆਪ ਸੂਰਬੀਰ ਵੀ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਕਈ ਦਫਾ ਆਪ ਜੰਗਾਂ ਵਿੱਚ ਵੀ ਸ਼ਾਮਲ ਹੋਏ। ਆਪ ਦੀ ਤਲਵਾਰ ਲਾ ਜੌਹਰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਿਆਗਮਲ ਦਾ ਨਾਂ ਤੇਗ ਬਹਾਦਰ ਰੱਖਿਆ ਸੀ। ਇਹ ਤੇ ਤੇਗ ਦਾ ਧਨੀ ਹੈ, ਇਹ ਤੇ ਸੂਰਬੀਰ ਹੈ, ਇਹ ਤੇ ਬਹਾਦਰ ਹੈ। ਵਕਤ ਦੀ ਧਾਰਾ ਚਲਦੀ ਰਹੀ ਔਰ ਆਪ ਦਾ ਬੈਰਾਗ ਵੱਧਦਾ ਗਿਆ। ਵਿਆਹ ਹੋਣ ਤੋਂ ਬਾਅਦ ਆਪ ਨਾਨਕੇ ਪਿੰਡ ਬਕਾਲੇ ਵਿੱਚ ਆਣ ਵਸੇ। ਇੱਥੇ ਇੱਕ ਭੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ। ਬਕਾਲੇ ਦੇ ਵਾਸੀਆਂ ਨੇ ਤੇ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ, ਤੇਗਾ ਕਮਲਾ ਹੈ, ਤੇਗਾ ਕਮਲਾ ਹੈ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜੋ ਨਿਕਲਿਆ ਸੀ ਵਾਕ ਬਾਬਾ ਬਕਾਲੇ, ਉਸ ਤੋਂ ਕੁਝ ਪਖੰਡੀ ਸੋਡੀਆਂ ਨੇ ਬੜਾ ਲਾਭ ਉਠਾਇਆ। ਬਕਾਲੇ ਵਿੱਚ 22 ਗਦੀਆਂ ਲੱਗ ਗਈਆਂ ਔਰ ਸਾਰਿਆਂ ਦਾ ਦਾਵਾ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਪਰ ਜੋ ਵਾਸਤਵਿਕ ਗੁਰੂ ਹੈ ਉਸ ਦਾ ਕੋਈ ਦਾਵਾ ਨਹੀਂ, ਉਹ ਤੇ ਛੁਪਿਆ ਬੈਠਾ ਹੈ, ਉਹ ਤੇ ਭੌਰੇ 'ਚ ਬੈਠਾ ਹੈ। ਵਾਕਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪ੍ਰਬਲ ਇੱਛਾ ਹੈ ਉੱਥੇ ਪਰਮਾਤਮਾ ਛੁਪਿਆ ਹੀ ਰਹਿ ਜਾਂਦਾ, ਉੱਥੇ ਕੁਛ ਵੀ ਨਹੀਂ ਹੁੰਦਾ। ਔਰ ਜਿਸ ਨੂੰ ਆਪਣੇ ਆਪ ਛੁਪਾਉਣ ਦੀ ਬੜੀ ਚਾਹਤ ਹੈ, ਲਾਲਸਾ ਹੈ, ਈਸ਼ਵਰ ਉੱਥੇ ਪ੍ਰਗਟ ਹੋ ਜਾਂਦਾ ਹੈ, ਅਕਾਲ ਪੁਰਖ ਉੱਥੇ ਪ੍ਰਗਟ ਹੋ ਜਾਂਦਾ ਹੈ। ਇਹ ਇੱਕ ਦੇਵੀ ਨਿਯਮ ਹੈ, ਈਸ਼ਵਰੀ ਨੁਕਤਾ ਨਿਗਾਹ ਹੈ। ਲੋਕੀ ਆਉਂਦੇ ਸਨ, ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ, ਮਨੋਕਾਮਨਾਵਾਂ ਉਹਨਾਂ ਬਾਈਆਂ ਦੇ ਅੱਗੋਂ ਰੱਖਦੇ ਸਨ। ਜਿਸ ਤਰ੍ਹਾਂ ਹਰ ਬੰਦਾ ਜੋਹਰੀ ਨਹੀਂ ਆਉਂਦਾ, ਹਰ ਬੰਦੇ ਨੂੰ ਹੀਰੇ ਜਵਾਹਰਾਤ ਦੀ ਪਰਖ ਨਹੀਂ ਆਉਂਦੀ, ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਆਉਂਦੀ, ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਆਉਂਦੀ। ਅੱਜ ਇੱਕ ਐਸਾ ਪੁਰਸ਼ ਆਇਆ ਹੈ ਜੋ ਵਾਕਈ ਜੋਹਰੀ ਸੀ, ਜੋ ਪਰਖ ਸਕਦਾ ਸੀ, ਜਿਹਨੂੰ ਬੋਧ ਸੀ, ਜਿਹਨੂੰ ਸਮਝ ਸੀ। ਕਹਿੰਦੇ ਨੇ ਰੱਬੀ ਰਸ ਮਾਣੇ ਬਿਨਾ
ਰੱਬੀ ਰਸਕਾਂ ਨੂੰ ਪਹਿਚਾਨਣਾ ਬਹੁਤ ਔਖਾ ਹੈ। ਬੈਰਾਗ ਦੀ ਚਿੰਗਾਰੀ ਪੈਦਾ ਹੋਏ ਬਿਨਾ ਕਿਸੇ ਬੈਰਾਗੀ ਨੂੰ ਸਮਝਣਾ ਬੜਾ ਔਖਾ ਹੈ, ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚਖੇ ਬਿਨਾ ਕਿਸੇ ਮਹਾਂਪੁਰਸ਼ ਨੂੰ ਸਮਝਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਜਾਂ ਇੰਜ ਕਹਿ ਲਓ, ਕਿਸੇ ਮਹਾਂਪੁਰਸ਼ ਨੂੰ ਸਮਝਣ ਦੀ ਕਸਵਟੀ ਇਹ ਹੈ ਕਿ ਮਨੁੱਖ ਦੇ ਅੰਦਰ ਕੁਝ ਮਹਾਨਤਾ ਤੇ ਪੈਦਾ ਹੋਈ ਹੋਵੇ, ਕੁਝ ਤੇ ਰੱਬੀ ਝਲਕ ਉਸ ਦੇ ਅੰਦਰ ਉਜਾਗਰ ਹੋਈ ਹੋਵੇ, ਤਾਂ ਹੀ ਪਹਿਚਾਨ ਸਕੇਗਾ, ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵਟੀ ਨਹੀਂ। ਕਸਵਟੀ ਇਸ ਸਿੱਖ ਕੋਲ ਸੀ, ਉਹਦੀ ਕਸਵਟੀ ਤੇ ਇਹ 22 ਦੇ 22 ਗੁਰੂ ਪੂਰੇ ਨਹੀਂ ਉਤਰੇ, ਪਖੰਡੀ ਸਾਬਤ ਹੋਏ। ਇਹ ਤੇ ਪ੍ਰਗਟਾਵਾ ਕਰ ਰਹੇ ਨੇ, ਇਹ ਤੇ ਦਿਖਾਵਾ ਕਰ ਰਹੇ ਨੇ। ਔਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਵਾਕ ਦਾ ਨਾਜਾਇਜ਼ ਗਲਤ ਲਾਭ ਉਠਾ ਰਹੇ ਨੇ ਔਰ ਜਗਤ ਨੂੰ ਭਰਮ ਭੁਲੇਖੇ ਵਿੱਚ ਪਾ ਰਹੇ ਨੇ। ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ, ਇੱਥੇ ਕੋਈ ਹੋਰ ਵੀ ਰਹਿੰਦਾ ਹੈ? ਸੋਢੀ ਵੰਸ਼ ਦੇ ਚੋਂ, ਬਾਬਿਆਂ ਦੇ ਚੋਂ, ਗੁਰੂ ਰਾਮਦਾਸ ਜੀ ਮਹਾਰਾਜ ਦੀ ਸੰਤਾਨ ਪੀੜ੍ਹੀ ਦੇ ਚੋਂ ਇੱਥੇ ਕੋਈ ਹੋਰ ਵੀ ਰਹਿੰਦਾ ਹੈ? ਤਾਂ ਉਸ ਹਲਵਾਈ ਨੇ ਕਿਹਾ, ਹਾਂ, ਇੱਕ ਤੇਗਾ ਕਮਲਾ ਰਹਿੰਦਾ ਹੈ, ਸਾਦਾ ਜਿਹਾ, ਛੁਪਿਆ ਛੁਪਿਆ। ਕਿੱਥੇ ਹੈ? ਉਹ ਸਾਹਮਣੇ ਭੋਰੇ ਚ। ਕਿਤਨੇ ਚਿਰ ਦਾ ਰਹਿੰਦਾ ਹੈ? ਗਾਲਬਨ 25-26 ਸਾਲ ਤੇ ਹੋ ਹੀ ਗਏ ਨੇ, ਇੱਥੇ ਹੀ ਰਹਿੰਦਾ ਹੈ, ਪ੍ਰਗਟ ਹੀ ਨਹੀਂ ਹੁੰਦਾ। ਦਰਅਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ, ਬਹੁਤ ਵੱਡੀ ਤਿਆਰੀ। ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ ਤਾਂ ਧਰਤੀ ਦੀ ਗੋਦ ਵਿੱਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ, ਜਿਹਦੇ ਨਾਲ ਦੇਸ਼ ਦੀਆਂ ਗੁਲਾਮੀ ਦੀ ਜ਼ੰਜੀਰਾਂ ਤੋੜ ਸਕੀਏ, ਜਰਵਾਣਿਆਂ ਦਾ ਟਾਕਰਾ ਕਰ ਸਕੀਏ ਔਰ ਮਜ਼ਲੂਮਾਂ ਦੀ ਰੱਖਿਆ ਕਰ ਸਕੀਏ। ਬਿਨਾਂ ਸ਼ਕਤੀ ਤੋਂ ਇਹ ਸਭ ਕੁਝ ਹੋਣਾ ਬੜਾ ਔਖਾ ਸੀ, ਤੇ ਸ਼ਕਤੀ ਪ੍ਰਾਪਤ ਹੁੰਦੀ ਹੈ ਪਰਮ ਸ਼ਕਤੀ ਨਾਲ ਜੁੜ ਕੇ, ਤੇ ਪਰਮ ਸ਼ਕਤੀ ਨਾਲ ਜੁੜਨ ਦਾ ਵਸੀਲਾ ਹੈ ਜਪ ਤੇ ਤਪ। ਆਪ ਉਸ ਭੋਰੇ ਵਿੱਚ ਬੈਠ ਕੇ ਉਸ ਪਰਮ ਸ਼ਕਤੀ ਨਾਲ ਇੱਕਮਿਕ ਹੋਏ ਨੇ। ਹੁਣ ਤੇ ਸਿਰਫ ਉਡੀਕ ਹੈ ਇਹ ਹੀਰਾ ਆਪਣੀ ਚਮਕ ਪ੍ਰਗਟ ਕਰੇ, ਦਮਕ ਪ੍ਰਗਟ ਕਰੇ। ਅੱਜ ਜੋਹਰੀ ਵੀ ਆ ਗਿਆ, ਪੁੱਛਦਾ ਹੈ, ਇੱਥੇ ਕੋਈ ਹੋਰ ਸੋਢੀ ਵੰਸ਼ ਦਾ ਰਹਿੰਦਾ ਹੈ? ਹਾਂ, ਰਹਿੰਦਾ ਹੈ, ਇੱਕ ਤੇਗਾ ਕਮਲਾ, ਉਸ ਸਾਹਮਣੇ ਭੋਰੇ ਵਿੱਚ। ਮਾਤਾ ਗੁਜਰੀ ਭੋਰੇ ਦੇ ਬਾਹਰ ਬੈਠ ਕੇ ਹਰ ਤਰ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਕਰਦੀਆਂ ਸਨ। ਇੱਕ ਬੈਰਾਗੀ ਹੈ, ਇੱਕ ਤਿਆਗੀ ਹੈ। ਤਿਆਗੀ ਬਾਹਰ ਬੂਹੇ ਤੇ ਬੈਠਿਆ ਹੋਇਆ ਹੈ ਔਰ ਇਸ ਤਿਆਗੀ ਦਾ ਨਾਮ ਹੈ ਮਾਤਾ ਗੁਜਰੀ। ਬੈਰਾਗੀ ਭੋਰੇ ਵਿੱਚ ਬੈਠਾ ਹੋਇਆ ਹੈ ਔਰ ਇਸ ਬੈਰਾਗੀ ਦਾ ਨਾਮ ਹੈ ਧੰਨ ਗੁਰੂ ਤੇਗ ਬਹਾਦਰ। ਇਸ ਤਿਆਗੀ ਪਾਸੋਂ ਇਜਾਜ਼ਤ ਮੰਗੀ ਹੈ ਇਸ ਸਿੱਖ ਨੇ, ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ। ਪਤੀ ਕੋਲ ਹੈ, ਪਤੀ ਕੋਲ ਬੈਠਣਾ ਨਸੀਬ ਨਹੀਂ, ਕਿਤਨਾ ਤਿਆਗ। ਪਤੀ ਕੋਲ ਹੈ, ਪਤੀ ਨਾਲ ਗੱਲਬਾਤ ਕਰਨਾ ਵੀ ਨਸੀਬ ਨਹੀਂ, ਕਿਤਨਾ ਤਿਆਗ। ਸਿਰਫ ਅੰਨ ਚਾਹੀਦਾ ਹੈ, ਪਾਣੀ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਲੋੜ ਦੀ ਪੂਰਤੀ ਕਰ ਦੇਣੀ ਹੈ, ਬਸਤਰ ਧੋ ਦੇਣੇ ਨੇ, ਸੇਵਾ ਕਰ ਦੇਣੀ ਹੈ, ਬਸ ਇਤਨਾ ਹੀ ਸੰਬੰਧ। ਇਸ ਦੇ ਨਾਲ ਕਤਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ, ਪਰ ਗੁਜਰੀ ਜੀ ਤ੍ਰਿਪਤ ਸਨ, ਕਿਉਂਕਿ ਤਿਆਗ ਸੀ। ਇਹ ਤਿਆਗ ਤੇ ਵੈਰਾਗ ਦਾ ਸੰਗਮ ਸੀ, ਇਹ ਤਿਆਗ ਤੇ ਵੈਰਾਗ ਦਾ ਇੱਕ ਮਹਾਨ ਤੀਰਥ ਸੀ। ਮਾਤਾ ਗੁਜਰੀ ਪਾਸ ਇਜਾਜ਼ਤ ਮੰਗੀ ਇਸ ਗੁਰਸਿੱਖ ਨੇ, ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ, ਜਿਸ ਦੇ ਬਾਹਰ ਇਤਨਾ ਵੱਡਾ ਤਿਆਗ ਪ੍ਰਗਟ ਹੋਇਆ ਬੈਠਾ ਹੈ। ਮੈਂ ਦੇਖਣਾ ਉਸ ਬੈਰਾਗੀ ਨੂੰ। ਅੰਦਰ ਗਿਆ, ਮੱਥਾ ਟੇਕਿਆ, ਨਿਹਾਲੋ ਨਿਹਾਲ ਹੋਇਆ ਹੈ। ਜੋ ਕਸਵਟੀ ਇਸ ਸਿੱਖ ਨੇ ਆਪਣੇ ਕੋਲ ਰੱਖੀ ਸੀ,
उस कसवटी ते धन गुरु तेग बहादुर साहब जी महाराज पूरे उतरे ने। कोठे ते चढ़ के एक भोरे दे च ते प्रगट करने वाला कोठे ते चढ़ गए। वाकई प्रगट करने लई ते छत चाहिदी सी। वो चढ़ गया कोठे ते, गुर लाधो रे, गुर लाधो रे। ये सब बाई गदियां जो लगियां ने पखंड है, धोखा है, छल है, गुरु ते भोरे च बैठा है। धन गुरु तेग बहादुर साहब जी महाराज नूं प्रगट करने वाला इस गुरसिख दा, इस महान आत्मा दा नाम सी मक्खण शाह लबाणा। और इसने लबाणा कौम नूं सिख इतिहास विच अमर बना दिता। गुरु वाकई भोरे च ही आउंदा है। वो ते शब्द दे भोरे च आउंदा है, कोई जप के प्रगट करे। वो ते भोरे च ही आउंदा है, कोई जाके प्रगट करे, कोई अंदर प्रवेश करके प्रगट करे। आप गुरु सन, भोरे च छुपे रहे, आप प्रगट हो गए तो अपना बलिदान देने लई तैयार हो गए। जो तपस्या कीती है, इस नाल देश की उसारी करनी है, कौम की तामीर करनी है और मजलूमां दी रक्षा करनी है। आपने बहुत वड्डा भ्रमण किया। आसाम तक और समुचे बंगाल दे आप दा रटन होया है। आगरा, बनारस, इलाहाबाद, पटना, फिर चट्टागांग और गुवाहाटी, धोबड़ी और फिर बंगाल दे तमाम वड्डे छोटे शहर जिहदे च कलकत्ता भी आ जाता है। इस इलाके च गुरु तेग बहादुर साहब जी महाराज दे इतिहासक स्थान मौजूद ने और पुरानी दास्तां अज भी सुना रहे ने और अज भी लोकी और आत्मिक आनंद माणदे ने। थां थां ते जो आप रटन करदे सन, उसका मुख्य मकसद इतना सी कि पुण्य दान दिन कर बते। बस थां थां ते नाम दा दान करदे जाना, मजलूमां दी रखिया करनी है, ये दान करदे जाना, अन्न दा दान करदे जाना, धन दा दान करदे जाना, नाम दा दान करदे जाना, ज्ञान दा दान करदे जाना। इस तरह दान करदे करदे आप भ्रमण करदे रहे। पटने दे आप अपने परिवार नूं छोड़ के आसाम वल गए और बाकी दे बंगाल दा आपने भ्रमण किया। गुरु गोबिंद सिंह जी महाराज दे जन्म तो बाद आपने पंजाब दा रुख किया और आपने आनंदपुर साहब आके वसाया। ये उन्हां दी वसाई हुई आबादी है, उन्हां दा वसाया होया शहर है। जैसे अमृतसर गुरु रामदास जी महाराज दा वसाया होया है, जैसे गोविंदवाल धन गुरु अमरदास जी महाराज दा वसाया होया है, इस तरह आनंदपुर साहब गुरु तेग बहादुर साहब जी महाराज दा वसाया होया है। आपने इत्थे जगत नूं बैराग दी शिक्षा देनी आरंभ की थी। और ये सही है, सच है कि संसार तो उदास होए बिना परमात्मा दी तलाश करनी अति कठिन है, बहुत कठिन है। पदार्थां तो उदास होए बिना परमात्मा दी तलाश करनी बहुत औखी है, बहुत औखी है। ये उपदेश, ये संदेश अपनी बाणी दे राही वंडदे रहे, देंदे रहे। इधर औरंगजेब दी कुटल नीति देश दे दमन विच लगी हुई सी। धन इस देश दा काफी जरवाणियां ने लुट लिया सी, असमत लुट लई सी, इज्जत लुट लई सी। हुण संस्कृति नूं लुटण विच लगे होए सन, हुण देश दे धर्म नूं भी नेस्तो नाबूद करन विच लगे होए सन। अफगान खां जो कश्मीर दा सूबा सी, औरंगजेब दे हुक्म नाल उसने कश्मीरी पंडितां दा दमन शुरू कीता। नीति सी उस वक्त दे सत्ताधारियां दी कश्मीर सिरमौर है। इहदे पहाड़ां चों पानी दे झरने निकलदे ने, मैदानी इलाकियां नूं सरसब्ज करदे ने और कश्मीर तो ही ब्राह्मण चल के सारे देश दे धर्म दा प्रचार करदे ने, ज्ञान दी गल सुणांदे ने। पानी दे झरनियां नूं बंद करन दी लोड़ नहीं, ज्ञान दे झरनियां नूं बंद होना चाहिए है। इस तरह इस कुटल नीति दे मुताबिक कश्मीर दे सूबे ने कश्मीरी पंडितां दा दमन शुरू किया और कश्मीरी पंडितां दी एक बहुत वड्डी कॉन्फ्रेंस
ਬਹੁਤ ਵੱਡਾ ਇਕੱਠ ਉਸ ਵਕਤ ਅਮਰਨਾਥ ਨਾਮ ਦੇ ਤੀਰਥ ਤੇ ਹੋਇਆ, ਜਿਸ ਦੇ ਚ ਇਹੀ ਮਤਾ ਪਕਾਇਆ ਗਿਆ ਕਿ ਦੇਸ਼ ਦੇ ਚ ਕੋਈ ਸ਼ਕਤੀਸ਼ਾਲੀ ਹੋਵੇ ਜੋ ਸਾਡੀ ਬਾਂਹ ਪਕੜੇ ਔਰ ਸਾਡੇ ਧਰਮ ਦੀ ਰੱਖਿਆ ਕਰੇ। ਸੋਚ ਸਮਝ ਕੇ ਆਖਰ ਸਹਿਮਤੀ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਫਰਿਆਦ ਕਰੀਏ, ਇਸ ਦੌਰ ਦੇ ਚ, ਇਸ ਯੁੱਗ ਦੇ ਚ ਗੁਰੂ ਨਾਨਕ ਦੇ ਘਰ ਤੋਂ ਇਲਾਵਾ ਸਾਡਾ ਕੋਈ ਰਖਵਾਲਾ ਨਹੀਂ, ਸਾਡਾ ਕੋਈ ਰਕਸ਼ਕ ਨਹੀਂ। तो इस तरह कश्मीर दा धर्म, कश्मीर दी संस्कृति, कश्मीर दा जीवन, कश्मीर दा पंडित, कश्मीर दा ब्राह्मण फरियाद लेके आया है धन गुरु तेग बहादुर साहब जी महाराज दे अगों, जिहड़े उन्हां पंडितां ने बचन बोले ने गुरु प्रताप सूरज दे भाई संतोख सिंह जी ने इंज लिखे ने, रावर बिना आन नह कोई, समरथ बली जो रखक होई, एक आसरा आफ गुसाई, गहो बाओ बूढ़त सब जाए। साडी बांह पकड़ो, सब कुछ डुबदा जा रहा है, सब कुछ गर्क होंदा जा रहा है, संस्कृति, धर्म, ईमान, इज्जत, आबरू सब नष्ट होंदी जा रही है। कमजोरां दी बांह गुरु तेग बहादुर साहब जी महाराज ने पकड़ ली, तदी ते आप दे नाल ए वाक जुड़ गया, बाहां जिन्हां दी पकड़िए सिर दीजे, बाहां न छोड़िए, गुरु तेग बहादुर बोलिया धर पईए धर्म ना छोड़ी। वाकई दिल्ली दे चांदनी चौक दे सीस ते दे देता है, पर कमजोर ब्राह्मणा दी बांह नहीं छोड़ी। अपना सीस दे के बांवां मजबूत कर दित्तियां, अपना सीस दे के सिर बचा दिता, अपना सीस दे के देश दी संस्कृति, इज्जत, आबरू नूं गुरु तेग बहादुर साहब जी महाराज ने अपना बलिदान दे के बचाया। आप जद आनंदपुर साहब तो चले ने, ब्राह्मणा दी फरियाद सुन के, इतिहासक घटना है, आप फरियाद नूं सुन के लंबी सोचनी च पै गए। तां उस वक्त धन गुरु गोबिंद सिंह जी महाराज गोबिंद राय सन और आयु सिर्फ 9 साल दी सी। अपने पिता नूं बहुत गंभीर सोचनी दिश देख के हाथ जोड़ के कहने लगे, गुरुदेव पिता, इस तरह की गहरी सोच और उस दे चिंता भी है क्यों? एक कमजोर ब्राह्मण नूं वेख के सोचनी है, तो सोच आपदी कित्थे तक पहुंची है? तो गुरु तेग बहादुर साहब जी महाराज गोबिंद राय दे सिर ते हाथ रख के कहंदे ने, कोई बहुत वड्डी आत्मा दा सीस चाहिदा है तां ही ये आत्मावां बच सकणगियां। तां एकदम उछल के गोबिंद राय ने कह दिता, महाराज किसे नूं तैरना सिखाना होवे पानी विच आप तैरना पैंदा है, किसे नूं मरना सिखाना होवे आप मरना पैंदा है। खड़ावा पहन के गुरु तेग बहादुर साहब जी महाराज चल पे। छोटे छोटे पिंड शहरां चों लंघदे होए 5 साथियां नूं नाल लेके आप आगरा पहुंचे ने। बगीचे च बैठे सन। आपने एक दुशाला, एक अंगूठी आजड़ी नूं दित्ती। आखिया बाजारों खान पान दा समान लेके आओ ताकि साडे नाल दे साथी ते असी कुछ छक सकीए। एक हलवाई दे पास जद एक कीमती दुशाला ते हीरे जड़त रतन जड़त ए अंगूठी आजड़ी वेचण लगा है, हलवाई नूं शक पै गया। लखां दी ए अंगूठी, सैकड़ियां दा ए कीमती दुशाला एक आजड़ी दे पास, और इन्हां दे बदले च ये सिर्फ खान पान दा समान मंगदा है थोड़ा जिहा। हो ना होवे इसने चुराया है, पर कौन दसे ये ते अपने आप नूं गिरफ्तार कराने वास्ते गुरु तेग बहादुर साहब जी महाराज ने स्वयं ही अडंबर रचिया है। शहनशाह दे सामने होण दा और उसनूं दसण दा कि तू जबर कर रहे हैं, तशद्दद कर रहे हैं। हलवाई ने शहर कोतवाल नूं खबर कर दी, आजड़ी पकड़िया गया। उस तो पुछया गया ये सब कुछ तेनों कित्थों मिले है। तां दस दिता, बाहर बगीचे च बैठे ने एक त्याग दी मूर्ति,
ਉਹਨਾਂ ਨੇ ਮੈਨੂੰ ਇਹ ਦੁਸ਼ਾਲਾ ਦਿੱਤਾ ਹੈ ਔਰ ਇਹ ਅੰਗੂਠੀ ਦਿੱਤੀ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗ੍ਰਿਫਤਾਰ ਹੋਏ, ਫੌਜ ਦੇ ਪਹਿਰੇ ਵਿੱਚ ਦਿੱਲੀ ਲਿਆਂਦੇ ਗਏ ਔਰ ਇੱਥੇ ਜ਼ਾਲਮਾਂ ਨੇ ਪਹਿਲੇ ਪਿੰਜਰੇ ਵਿੱਚ ਬੰਦ ਕੀਤਾ। ਜੋ ਅੱਠੇ ਪੈਰ ਪ੍ਰਭੂ ਦੀ ਰਜ਼ਾ ਵਿੱਚ ਰਹਿੰਦੇ ਸਨ, ਉਹਨਾਂ ਦੀ ਰਸਨਾ ਤੋਂ ਇਹ ਬੋਲ ਨਿਕਲੇ ਨੇ, ਬਲ ਛੁਟ ਗਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜੂ ਹੋ ਸਹਾਏ। ਫਿਰ ਆਪ ਨੇ ਅਕਾਲ ਪੁਰਖ ਦੇ ਅੱਗੋਂ ਇੰਜ ਵੀ ਜੋਦੜੀ ਕੀਤੀ ਹੈ, ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ में टेक एक रघुनाथ। हे प्रभु, तेरे ही आश्रय, तेरी ओट है और तेरे आश्रय करके ही मैं मजलूमां दा पख लिया, कमजोरां दा पख लिया और वकत दी सता नाल टकराया। सता कितनी कठोर होंदी है, कहंदे ने मां ਲਈ भी जगह नहीं होंदी सताधारी दे हिरदे च, पिता ਲਈ भी थां नहीं होंदा, भरावां ਲਈ भी थां नहीं होंदा, भैणां भतीजियां बच्चे बच्चियां ਲਈ भी कोई थां नहीं होंदा। सताधारी ਦੇ ਹਿਰਦੇ 'ਚ ਥਾਂ ਹੁੰਦਾ ਹੈ ਸਿਰਫ ਸਿੰਘਾਸਣ ਲਈ, ਸਿਰਫ ਸਤਾ ਲਈ, ਔਰ ਉਸ ਸਤਾ ਤੋਂ ਸਭ ਕੁਝ ਕੁਰਬਾਨ ਕਰ ਸਕਦਾ ਹੈ। ਇਸ ਦਾ ਜੀਵਦਾ ਜਾਗਦਾ ਸਬੂਤ ਮਿਲਦਾ ਹੈ। ਔਰੰਗਜ਼ੇਬ ਨੇ ਸਤਾ ਦੀ ਖਾਤਰ ਆਪਣੇ ਤਿੰਨੇ ਭਰਾ ਕਤਲ ਕੀਤੇ। ਆਪਣੇ ਬੁੱਢੇ ਪਿਤਾ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ। ਗਰਮੀਆਂ ਦੇ ਦਿਨਾਂ 'ਚ ਇਹ ਬੁੱਢਾ ਪਿਓ ਕੈਦ ਸੀ, ਅੰਦਰ ਸੇਵਾ ਕਰਦੀ ਸੀ। ਉਸ ਦੀ ਲੜਕੀ ਜਹਾਂ ਆਰਾ ਔਰੰਗਜ਼ੇਬ ਦੀ ਭੈਣ, ਇਹ ਵੀ ਕੈਦ ਸੀ, ਕਿਉਂਕਿ ਪਿਓ ਦਾ ਪੱਖ ਲੈਂਦੀ ਸੀ, ਪਿਓ ਦੀ ਹਿਮਾਇਤ ਕਰਦੀ ਸੀ। ਅੰਦਰ ਸੁਰਾਹੀ ਦੇ ਜਦ ਪਾਣੀ ਮੁੱਕ ਚਲਿਆ ਔਰ ਸ਼ਾਮ ਤੱਕ ਪਾਣੀ ਦਾ ਚੱਲਣਾ ਬੜਾ ਔਖਾ ਸੀ, ਦੁਪਹਿਰ ਢਲ ਚਲੀ ਸੀ। ਸ਼ਾਹਜਹਾਂ ਨੇ ਸੰਤਰੀ ਨੂੰ ਆਵਾਜ਼ ਮਾਰੀ, ਪਾਣੀ ਚਾਹੀਦਾ ਹੈ। ਤੇ ਸੰਤਰੀ ਕਹਿਣ ਲਗਾ, ਜਹਾਂ ਪਨਾ, ਮੇਰੇ ਪਾਸ ਤਾਲੇ ਦੀ ਚਾਬੀ ਨਹੀਂ, ਚਾਬੀ ਤੇ ਬਾਦਸ਼ਾਹ ਸਲਾਮਤ ਆਪਣੇ ਕੋਲ ਰੱਖਦੇ ਨੇ। ਇਤਬਾਰ ਹੀ ਨਹੀਂ ਕਰਦਾ ਸੀ ਔਰੰਗਜ਼ੇਬ। ਮਤਾਂ ਕੋਈ ਸਿਪਾਹੀ ਆਜ਼ਾਦ ਕਰ ਦੇਵੇ ਸ਼ਾਹਜਹਾਂ ਨੂੰ, ਤੇ ਸ਼ਾਹਜਹਾਂ ਤੋਂ ਖਤਰਾ ਅਜੇ ਵੀ ਔਰੰਗਜ਼ੇਬ ਨੂੰ ਸੀ। ਜਦ ਸ਼ਾਹਜਹਾਂ ਦੀ ਜੋਦੜੀ ਸੁਣ ਕੇ ਸੰਤਰੀ ਔਰੰਗਜ਼ੇਬ ਦੇ ਪਾਸ ਗਿਆ ਤੇ ਕਹਿਣ ਲਗਾ, ਬਾਦਸ਼ਾਹ ਸਲਾਮਤ, ਸ਼ਾਹਜਹਾਂ ਪਾਣੀ ਮੰਗਦੇ ਨੇ। ਗਰਜਦੀ ਹੋਈ ਆਵਾਜ਼ ਦੇ ਵਿੱਚ ਔਰੰਗਜ਼ੇਬ ਨੇ ਆਖਿਆ, ਉਸ ਬੁੱਢੇ ਨੂੰ ਕਹਿ ਦੋ ਸ਼ਾਮ ਨੂੰ ਰੋਟੀ ਆਵੇਗੀ ਤੇ ਪਾਣੀ ਆ ਜਾਏਗਾ। ਹੁਣ ਮੈਂ ਆ ਕੇ ਤਾਲਾ ਨਹੀਂ ਖੋਲ ਸਕਦਾ, ਕਿਉਂਕਿ ਆਪ ਤਾਲਾ ਖੋਲਦਾ ਸੀ ਤੇ ਆਪ ਹੀ ਬੰਦ ਕਰਦਾ ਸੀ। ਕਹਿੰਦੇ ਨੇ ਜਦ ਇਹੀ ਬੋਲ ਸੰਤਰੀ ਨੇ ਸ਼ਾਹਜਹਾਂ ਨੂੰ ਸੁਣਾਇਆ ਤਾਂ ਉਸਨੇ ਉੱਥੇ ਇੱਕ ਰੁਬਾਈ ਲਿਖੀ ਹੈ, ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲੱਖ ਸਵਾਰ ਬੋਦਮ। ਇੱਕ ਦਿਨ ਮੈਂ ਵੀ ਲੱਖਾਂ ਅਸਵਾਰਾਂ ਦਾ ਮਾਲਕ ਸੀ, ਇਮਰੋਜ਼ ਹੈ ਮੌਤਾਜ ਹੈ ਯਕ ਕਾਸਾ ਆਬਮ। ਅੱਜ ਮੈਂ ਇੱਕ ਪਿਆਲਾ ਪਾਣੀ ਲਈ ਮੁਹਤਾਜ ਹਾਂ, ਦਰੀ ਦੁਨੀਆ ਮਗਰੂਰ ਨਾ ਬਾਇਦ ਬੋਦ। ਇਸ ਝੂਠੀ ਦੁਨੀਆ ਦਾ ਭੁੱਲ ਕੇ ਹੀ ਹੰਕਾਰ ਨਹੀਂ ਕਰਨਾ ਚਾਹੀਦਾ। ਐ ਪਿਸਰ ਤੂੰ ਅਜਬ ਮੁਸਲਮਾਨੀ, ਐ ਮੇਰੇ ਬੱਚੇ ਤੂੰ ਅਜੀਬ ਮੁਸਲਮਾਨ ਹੈ, ਤੂੰ ਸੁਣ ਤੇ ਸਹੀ। ਆਫਰੀ ਹਿੰਦੂਆਂ ਹਰ ਬਾਬ ਕੇ ਮੁਰਦਾ ਰਾਮੇ ਦੇ ਹੰਦ ਦਾਇਮ ਆ। ਸ਼ਾਬਾਸ਼ ਹੈ ਹਿੰਦੂਆਂ ਤੇ, ਮਰੇ ਹੋਏ ਪਿਓ ਨੂੰ ਵੀ ਪਾਣੀ ਦਿੰਦੇ ਨੇ। ਐ ਪਿਸਰ ਤੂੰ ਅਜਬ ਮੁਸਲਮਾਨੀ, ਜ਼ਿੰਦਾ ਰਾਬਾ ਜਾਨਮ ਬਾ ਆਬ ਨ ਰਸਾਨੀ। ਪਿਓ ਤੇਰਾ ਜ਼ਿੰਦਾ ਹੈ ਤੇ ਪਾਣੀ ਦੇ ਘੁੱਟ ਲਈ ਤਰਸ ਰਿਹਾ ਹੈ। ਪਿਤਾ ਪਾਣੀ ਦੇ ਘੁੱਟ ਲਈ ਤਰਸਿਆ ਹੈ, ਭਰਾਵਾਂ ਨੂੰ ਤੜਪਾ ਕੇ ਮਾਰਿਆ ਹੈ, ਭਤੀਜਿਆਂ ਨੂੰ ਤੜਪਾ ਕੇ ਮਾਰਿਆ ਹੈ, ਭੈਣਾਂ ਦੀ ਸ਼ਾਦੀ ਨਹੀਂ ਕੀਤੀ, ਬੱਚੀਆਂ ਦੀ ਸ਼ਾਦੀ ਨਹੀਂ ਕੀਤੀ। ਇਸ ਪੁਰਸ਼ ਤੋਂ ਹੋ ਹੀ ਨਹੀਂ ਸਕਦਾ ਸੀ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਲ ਇਨਸਾਫ ਨਾਲ ਪੇਸ਼ ਆਉਂਦਾ। ਹੁਕਮ ਸਾਦਰ ਕਰ ਦਿੱਤਾ ਕਿ ਇਹ ਈਨ ਮੰਨੇ ਨਹੀਂ ਤੇ ਸ਼ਹੀਦ ਕਰ ਦਿਓ। ਤੋ ਤਸੀਹੇ ਰੇ ਕੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪ ਨੂੰ ਸ਼ਹੀਦ ਕੀਤਾ ਗਿਆ। ਮੱਘਰ ਸੁਦੀ ਪੰਜ ਸੰਮਤ 1732 ਨੂੰ ਆਪ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। ਆਪ ਜੀ ਦਾ ਸੀਸ ਭਾਈ ਜੇਤਾ ਲੈ ਕੇ ਗਿਆ, ਜਿਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਇਆ। ਆਪ ਦੀ ਦੇਹੀ ਨੂੰ ਲੱਖੀ ਸ਼ਾਹ ਬਣਜਾਰੇ ਨੇ ਗੱਡੇ ਤੇ ਰੱਖ ਕੇ ਆਪਣੇ ਘਰ ਲਿਆਂਦਾ। ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਂ ਸੀ ਰਕਾਬਗੰਜ। ਆਪਣੇ ਘਰ ਵਿੱਚ ਪਾਤਸ਼ਾਹ ਦੀ ਪਵਿੱਤਰ ਦੇਹੀ ਨੂੰ ਰੱਖ ਕੇ ਆਪਣੇ ਮਕਾਨ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਸਤਿਗੁਰੂ ਦੀ ਦੇਹੀ ਦਾ ਸੰਸਕਾਰ ਹੋਇਆ। ਇਹ ਦੋਵੇਂ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ, ਗੁਰਦੁਆਰਾ ਰਕਾਬਗੰਜ ਦਿੱਲੀ ਵਿੱਚ ਮੌਜੂਦ ਨੇ ਤੇ ਆਪ ਦੀ ਪਰਮ ਸ਼ਹਾਦਤ ਦਾ ਸੰਦੇਸ਼ ਦੇ ਰਹੇ ਨੇ।
उपदेश दे रहे ने, चुना जिंदगानी को नंदर जहां कि चो मुर्दाबाशी न गोविंद मुरब। इस ढंग नाल अपनी जिंदगी बतीत कर कि जब तू मर भी जाए तेरी मौत जिंदगी का उपदेश देंदी रहे, जिंदगी का दर्श देंदी रहे। उतने ही चिर तक मनुख दी जात है, पात है, मजहब है, सब कुछ है, जितने चिर तक ये परमात्मा दे च लीन नहीं होया। परमात्मा च लीन होया तो सिवाय परमात्मा दे होर कुछ भी नहीं, और कुछ भी नहीं। सब गोविंद है, सब गोविंद है, गोविंद बिन नहीं कोई। ये समझ सताधारी को नहीं आउंदी। उन्हें इस देश की जो पुरानी संस्कृति है, ऋषि मुनिया का देश से, इन्हों मिटाने का तहिया कर लिया। उतरन लगे जनेऊ, कटन लगियां चोटियां, मिटन लगे मथे दे तिलक। मुख्तसर अर्ज मैं करा, ए तिलकधारी, ए जनेऊधारी, ए चोटीधारी, केसाधारी सारे फरियाद लेके आए वक़्त दे एक महान त्यागी बैरागी दे कोल। जन्म साखी भाई बाला, ਉਹਦੇ 'ਚ ਇੱਕ ਪ੍ਰਸ਼ਨ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ, ਉਹਦੇ 'ਚ ਦਰਜ ਹੈ ਜਨਮ ਸਾਖੀ ਦੇ 'ਚ। ਫਕੀਰੀ ਚੀਸਤ, ਫਕੀਰ ਕਿਸ ਨੂੰ ਕਹਿੰਦੇ ਨੇ? ਸੰਤਪਣਾ ਕੀ ਹੈ? ਸੰਤ ਕਿਹਨੂੰ ਕਹਿੰਦੇ ਨੇ? ਸੰਤ ਕੌਣ ਆਉਂਦਾ ਹੈ? ਫਕੀਰੀ ਚੀਸਤ, ਫਕੀਰੀ ਕਿਆ ਹੈ? ਚੂੰਕਿ ਸ਼ੇਖ ਸ਼ਰਫ ਸੂਫੀ ਫਕੀਰ ਦਾ ਪੋਤਰਾ ਪਰਸ਼ੀਅਨ ਜਾਣਦਾ ਸੀ, ਫਾਰਸੀ ਬੋਲਦਾ ਸੀ, ਮਹਾਰਾਜ ਉਸਨੂੰ ਫਾਰਸੀ ਦੇ 'ਚ ਬੋਲ ਕੇ ਸਮਝਾਉਂਦੇ ਨੇ ਫਕੀਰੀ ਕੀ ਹੈ। ਇਬਤਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਮਿਟਾ ਦੇਣਾ, ਕੁਰਬਾਨ ਕਰ ਦੇਣਾ ਤੇ ਹਮੇਸ਼ਾ ਲਈ ਅਮਰ ਤੱਤ ਦੇ 'ਚ ਲੀਨ ਹੋ ਜਾਣਾ, ਬਸ ਇਸੇ ਨੂੰ ਫਕੀਰੀ ਕਹਿੰਦੇ, ਇਸੇ ਨੂੰ ਸੰਤਪਣਾ ਕਹਿੰਦੇ ਨੇ। ਇਹ ਸਾਰੇ ਫਰਿਆਦ ਲੈ ਕੇ ਆਏ, ਮੁਖਾਰ ਬਿਨ ਤੋਂ ਜਿਹੜੇ ਬੋਲ ਨਿਕਲੇ ਨੇ, ਸਾਰਿਆਂ ਨੂੰ ਪਤਾ ਕੋਈ ਐਸਾ ਪੁਰਸ਼ ਕੁਰਬਾਨੀ ਦੇਵੇ ਹਲਚਲ ਹੋ ਜਾਏ ਦੇਸ਼ ਦੇ। ਤੁਹਾਡਾ ਤਿਲਕ ਬਚ ਸਕਦਾ, ਜਨੇਊ ਬਚ ਸਕਦਾ, ਔਰ ਤੁਹਾਡੀ ਬੋਧੀ ਛੋਟੀ ਬਚ ਸਕਦੀ। ਉਦੋਂ 9 ਸਾਲ ਦੇ ਬਾਲਕ ਸਨ। ਅਲਾ ਯਾਰ ਖਾਂ ਲਿਖਦੇ ਨੇ, ਜਦ ਆਪਣੇ ਬੱਚਿਆਂ ਨੂੰ ਚਮਕੌਰ ਦੀ ਗੜੀ ਦੇ ਚੋਂ ਸ਼ਸਤਰ ਸਜਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਰਨ ਲੱਗੇ ਨੇ ਮੈਦਾਨ ਜੰਗ ਦੇ 'ਚ, ਪਤਾ ਸਤਿਗੁਰ ਕੀ ਕਹਿੰਦੇ ਨੇ? बेटा तुम ही पंथ के बेड़े के खवैया, सर भेंट करो चाक ताके चले धर्म की नैया। ले दे के तुम ही थे मेरे गुलशन के बकैया, लो जाओ राह तकते हैं सब खुल्द में भैया। ए मेरे बच्चे, मेरी एक ख्वाहिश पूरी करो। ये मासूम लाडले कहंदे ने, महाराज थोड़ी ख्वाहिश असी पूरी करनी है। आप जी दी की ख्वाहिश है दसो? महाराज उथे कहने ने, ख्वाहिश है तुम्हें तेग चलाते हुए देखें। अला यार खान, ख्वाहिश है तुम्हें तेग चलाते हुए देखें, हम आंख से बरशी तुम्हें खाते हुए देखें। पिता दा हिरदा पर पुत्रां दे सामने धर्म महान है, सच्चाई महान है। पुत्रां नूं कुर्बान कीता जा सकता है धर्म तो। फिर अगों जो कुछ कहने ने, वाला यार खां इंज कलम बंद कर देने, हमने ही कहा बाप को जा दीजे धर्म पर। ब्राह्मण जब फरियाद लेके आए, मेरे पिता ने कहा कोई महान आत्मा कुर्बानी देवे। मैं खड़ा हो गया सी, मैं थोड़ी उम्र दा सी। मैं पिता नूं आखिया सी, किसे नूं पानी दे विच तैरना सिखाना होवे, पहले आप तैरना पैंदा। किसी नूं मरना सिखाना होवे, पहले आप मरना पैंदा। खड़ावा पहन के गुरु तेग बहादुर साहब जी चल पे। हमने ही कहा बाप को जान दीजे धर्म पर,
लोग कहते हैं अब आपको जान दीजिए धर्म पर। मैं ही पिता ਨੂੰ ਆਖਿਆ ਸੀ, मैं ही अज ਤੁਹਾਨੂੰ कहना। कहावत प्रचलित हो गई। गुरु तेग बहादुर साहब ने बावां पकड़ लिया, पसारियां हुई बावां पकड़ लिया और कह दिता मैं अपना सीस ते दे देंगा, ये बाह नहीं छोड़ांगा। बाहां जिन्हां दी पकड़िए, सिर दीजे बाह ना छोड़िए। सिर दे के बावां नूं मजबूत कर दिता। खून अपना डोलिया चांदनी चौक दे मत्थे दा तिलक बच गया। पुराणा दी डोरी नूं तोड़ के जनेऊ दी डोरी नूं बचा दिता। इस वास्ते इस गुरपुरब ते मैं गुरुद्वारा सीसगंज साहब अक्सर कहंदा हुंदा, ये पुरब ओ मनान गुरु तेग बहादुर साहब दा जिन्हां दे मत्थे ते तिलक है ते जिन्हां ने जनेऊ पहने आए। तिलक जंजूर आखा प्रभ तांखा, कीनो बड़ो कलू में सखा। किसने अपने प्राणा दी डोरी नूं तोड़ दिता ते जनेऊ दी डोरी नूं बचा दिता। किसने अपना खून डोलिया ते मत्थे दा तिलक बचा दिता। ये लगया होया मत्थे दा तिलक, ये धन गुरु तेग बहादुर साहब दा खून है, वही चमक रहा है। ये पहनी हुई जनेऊ दी डोरी, ये धन गुरु तेग बहादुर साहब जी महाराज दे प्राण ने। देश दी संस्कृति बची, देश दा धर्म बचया। नहीं तो एक काफिला जो अरब तो चलिया सी, उसने ईरान, अफगानिस्तान, उज़बेकिस्तान, तुर्कमेनिस्तान सारियां नूं लपेट दे चलिया। इत्थे सारी जगह ते सनातन मत सी ते बौद्ध मत सी। दुनिया दी सब तो खूबसूरत ते उच्ची मूर्ति अफगानिस्तान दे सी महात्मा बुद्ध दी, जो 6-7 साल पहले तालिबाना ने तोड़ी है। दुनिया दी सब तो उच्ची मूर्ति दास ने देखी बामिया दे बौद्ध मंदिर। सारे दा सारा बौद्ध देश सी अफगानिस्तान। सारे दा सारा सनातनी देश से ईरान, उज़बेकिस्तान, तुर्कमेनिस्तान, इंडोनेशिया, मलेशिया सब सनातनी देश। अजे भी बहुत सारी संस्कृति मिलती है ते नाम मिलते हैं। ये काफिला चलिया, लेकिन ये काफिला सारियां नूं अपनी लपेट दे च लैंदे होया इस देश नूं पूर्ण तौर ते अपनी लपेट च नहीं ले सकिया। कवि संतोख सिंह जी जो कुछ लिखते हैं वो एक छंद थानू सरवण करा के मैं समाप्ति कर दिया। शाहे जाति एकता इको ही, जिवें अफगानिस्तान विच इको ही मजहब है। थोड़े जिहे बेचारे सिख रहिंदे सन निकल आए ने, हिंदू निकल आए ने। हालात खराब। जो अफगानिस्तान, ईरान, उज़बेकिस्तान, तुर्कमेनिस्तान ते इंडोनेशिया च होया है, इस देश दे भी यही कुछ होना सी, ऐसा कवि संतोख सिंह जी कह रहे हैं। शाहे जाति एकता अनेकता बिलाए जाती, होवत कुचीलता कतेबन कुरान की। आप ही परपक जाते धर्म दसक जाते, बरन रख जाते सहत विधान की। देवी देव देहुरे संतोख सिंह दूर होते, रीत मिट जाती कथा वेदन पुराण की। श्री गुरु गोबिंद सिंह पावन परम सूर, मूरत ना होती जो पे करना निदान के। ये बख्शिश भरी मूर्ति जे ना होती, ये संस्कृति नहीं बचनी सी। हमने ही कहा बाप को जान दीजिए धर्म पर, लोग कहते हैं अब आपको जान दीजिए धर्म पर। मैं पिता नूं आखिया सी कुर्बान हो जाओ, मैं अज बच्चों थानू कहना कुर्बान हो जाओ। किस दी कुर्बानियां दा सदका ये संस्कृति बची है, ये धर्म बचे है, ये शिवाले बचे ने, ये रामायण दी कथा बची है, ये जनेऊ बचे है, ये तिलक बचे है। सारे भारत वासियां नूं पूरी श्रद्धा दे नाल इस पुरब नूं मनाना चाहिए, सानू सहयोग देना चाहिए। पर तिलकधारियां नूं ते पता ही नहीं है किस दा खून है जो साडे मत्थे ते तिलक चमकदा पिया। कि किस दे प्राणा दी डोरी टूटी है जो जनेऊ दी डोरी बची है। तिलक जंजूर आखा प्रभ तांका, कीनो वड़ो कलो मेरा साका। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਦਾ ਹਾਰਦਿਕ ਸਵਾਗਤ ਹੈ ਰੱਬੀ ਰੂ ਚੈਨਲ ਤੇ। ਅੱਜ ਦੇ ਦਿਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜੋ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਸਾਰਿਆਂ ਨੂੰ ਕੋਟੀ ਕੋਟੀ ਪ੍ਰਣਾਮ, ਚੜ੍ਹਦੀ ਕਲਾ ਵਿੱਚ ਰੱਖੇ। ਜਿੰਨੇ ਵੀਰ ਭੈਣ ਭਰਾ ਇਸ ਕਥਾ ਨੂੰ ਸੁਣ ਰਹੇ, ਇਹ ਕਥਾ ਆਪਣੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਆਪਣੇ ਇਤਿਹਾਸ ਬਾਰੇ ਪਤਾ ਚੱਲਦਾ ਰਹੇ। ਭੁੱਲਾਂ ਖਿਮਾ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।